पेश है विज्ञान लड़ीवार आउण वाला कल दी 49वीं कड़ी। मूल खोज ते लेखन डॉक्टर अनुराग शर्मा, लड़ीवार संपादक डॉक्टर BK त्यागी, पंजाबी रूपांतर ते खोज भारत ज्ञान विज्ञान समिति पंजाब ते चंडीगढ़। प्यारे श्रोतिओ, ਬਣਾਉਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 49ਵੀਂ ਕੜੀ ਬਣਾਉਟੀ ਬੌਧਿਕਤਾ ਰਾਹੀਂ ਅਮਰ ਹੋਣ ਵੱਲ ਵਿੱਚ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਤੇ। ਸਤਿ ਸ੍ਰੀ ਅਕਾਲ ਦੋਸਤੋ, ਪਿਛਲੀ ਕੜੀ ਆਓ ਵਧੀਏ ਅੱਗੇ ਮਿਲ ਕੇ ਇੱਕ ਵਾਰ ਵਿੱਚ ਕਹਾਣੀ ਸੀ ਕਿ ਕਿਵੇਂ ਡਿਜੀਟਲ ਸੰਸਾਰ ਵਿੱਚ ਅੱਜ ਸਾਡਾ ਭਾਰਤ ਵਧ ਰਿਹਾ ਹੈ ਅੱਗੇ AI ਦੇ ਸਹਾਰੇ। ਜੀ ਹਾਂ, ਬ੍ਰਿਤਾਂਤ ਸੀ AI ਰਾਹੀਂ ਹੋ ਰਹੀ ਪ੍ਰਗਤੀ ਦਾ ਤੇ ਸਾਡੀਆਂ ਦੇਸੀ AI ਸਮਰੱਥਾਵਾਂ ਦਾ, ਮਸ਼ੀਨ ਲਰਨਿੰਗ, ਪਾਡਾਕਾਰੀ ਡੇਟਾ, ਐਲਗੋਰਿਦਮ ਦਾ, ਖੇਤੀ ਵਿੱਚ, ਹੋਟਲਾਂ ਵਿੱਚ AI ਦੀ ਭੂਮਿਕਾ ਦਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਦਾ। ਮਿੱਤਰੋ, ਸੁਣਾਇਆ ਸੀ ਕਿੱਸਾ ਕਿ ਕਿਵੇਂ ਇਸ ਵਿੱਚ ਖਦਸ਼ੇ ਨੇ ਸਾਡੇ ਛੋਟੇ ਕਿਸਾਨਾਂ ਨੂੰ, ਦੁਕਾਨਦਾਰਾਂ ਨੂੰ, ਵੱਖ-ਵੱਖ ਕਿੱਤਿਆਂ ਨੂੰ ਤੇ ਰੁਜ਼ਗਾਰ ਨੂੰ ਵੀ, ਜਦ ਅਸੀਂ ਵੀ ਵਿਦੇਸ਼ਾਂ ਦੀ ਤਕਨੀਕ ਦੇ ਸਹਾਰੇ 5% ਆਪਣੇ ਦੇਸੀ ਸੌਫਟਵੇਅਰ ਆਦਿ ਜੋੜ ਕੇ ਬਣਾ ਲਏ ਨੇ ਹੋਟਲਾਂ ਵਿੱਚ ਭੋਜਨ ਪਰੋਸਣ ਵਾਲੇ ਰੋਬੋਟ। ਸੁਣਾਇਆ ਸੀ ਬ੍ਰਿਤਾਂਤ ਕਿ ਕਿਵੇਂ ਵਿਕਸਿਤ ਕੀਤਾ ਜਾ ਰਿਹਾ ਹੈ ਨਿਊਰਲ ਨੈਟਵਰਕ, ਯਾਨੀ ਬਣਾਉਟੀ ਦਿਮਾਗ, ਜੋ ਮਨੁੱਖੀ ਯਾਦਾਂ, ਅਨੁਭਵਾਂ ਤੇ ਅਵਲੋਕਨਾਂ ਤੋਂ ਚੁੱਕੇਗਾ ਪਰਦਾ ਤੇ ਬਣਾ ਲਏਗਾ ਨਵੇਂ-ਨਵੇਂ ਸਮੀਕਰਨ ਤੇ ਜੋੜ ਤੋੜ। ਹਾਂ ਦੋਸਤੋ, ਸੁਣਾਈ ਸੀ ਕਹਾਣੀ ਕਿ ਕਿਵੇਂ AI ਸੌਫਟਵੇਅਰ ਹੱਲ ਕਰੇਗਾ ਲੇਖਕਾਂ ਦੀ ਰਾਈਟਰਸ ਬਲੌਕ ਵਰਗੀ ਗੰਭੀਰ ਸਮੱਸਿਆ ਦਾ ਤੇ ਕਹਾਣੀ ਪੂਰੀ ਕਰ ਦੇਵੇਗਾ ਆਪਣੇ ਆਪ ਹੀ ਲੇਖਕ ਦੀ ਸੋਚ ਅਨੁਸਾਰ। ਜੀ, ਕਹਾਣੀ ਸੀ ਕਿ ਸਾਡੀ DRDO ਯਾਨੀ ਸੁਰੱਖਿਆ ਖੋਜ ਤੇ ਵਿਕਾਸ ਸੰਸਥਾ ਸੁਰੱਖਿਆ ਬਲਾਂ ਦੀ ਵੀ ਬਣਾ ਰਹੀ ਹੈ ਜ਼ਿੰਦਗੀ ਸਹਿਲ। ਹੁਣ ਤਾਂ DRDO AI ਰਾਹੀਂ ਦੁਰਗਮ ਥਾਵਾਂ, ਜੰਗਲਾਂ, ਸਮੁੰਦਰਾਂ, ਉੱਚੀਆਂ ਚੋਟੀਆਂ ਤੇ ਵੀ ਕਰ ਰਹੀ ਹੈ ਖੋਜ। ਬਹੁਤ ਹੀ ਪਿਆਰੇ ਸਰੋਤਾ ਮਿੱਤਰੋ, ਅੱਜ ਅਸੀਂ ਸੁਣਾਵਾਂਗੇ ਕਹਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ, ਵਿਕਾਸ ਦੀ, ਭਵਿੱਖ ਦੇ ਪ੍ਰਭਾਵਾਂ ਤੇ ਖਤਰਿਆਂ ਦੀ, ਕਹਾਣੀ ਇਸ AI ਦੇ ਯੁੱਗ ਦੀ, ਇਸ ਕੜੀ ਬਣਾਉਟੀ ਬੌਧਿਕਤਾ ਰਾਹੀਂ ਅਮਰ ਹੋਣ ਵੱਲ ਵਿੱਚ। ਤੇ ਫਿਰ ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ ਬਣਾਉਟੀ ਬੌਧਿਕਤਾ ਰਾਹੀਂ ਅਮਰ ਹੋਣ ਵੱਲ। ਮੈਂ ਬਹੁਤੀ ਬਹਿਸਬਾਜ਼ੀ 'ਚ ਨਹੀਂ ਪੈਂਦਾ ਦਾਦਾ ਜੀ। ਇਸ ਗੱਲ ਦਾ ਨਿਚੋੜ ਕੱਢਿਆ ਹੈ ਮੈਂ ਕਿ ਇਕੱਲਪਨ ਸਾਡੇ ਤੇ ਇੱਕ ਨਾ ਇੱਕ ਦਿਨ ਹਾਵੀ ਜ਼ਰੂਰ ਹੋਏਗਾ। ਪੁੱਤਰ, ਇਹ ਇਕੱਲਪਨ ਕੀ ਹੈ? ਕੀ ਗੱਲਾਂ ਕਰੀ ਜਾ ਰਹੇ ਹੋ? ਇਸ ਤਰ੍ਹਾਂ ਦਾ ਕੁਝ ਵੀ ਕਦੇ ਵੀ ਨਹੀਂ ਸੰਭਵ। ਨਹੀਂ ਦਾਦਾ ਜੀ, ਅਸੀਂ ਸੱਚਮੁੱਚ ਇਕੱਲਪਨ ਵੱਲ ਵੱਧ ਰਹੇ ਹਾਂ। AI ਤੋਂ AGI ਯਾਨੀ ਆਰਟੀਫਿਸ਼ੀਅਲ ਜਨਰਲ ਇੰਟੈਲੀਜੈਂਸ ਵੱਲ ਕਦਮ ਬਿਨਾਂ ਸ਼ੱਕ ਮਨੁੱਖੀ ਸੱਭਿਅਤਾ ਦੇ ਅੰਤ ਵੱਲ ਪੁਲਾਂਘ ਹੋਏਗੀ। ਅਮਨ, ਅਜੇ ਤੇ ਬੇਟਾ ਤੈਨੂੰ 6 ਮਹੀਨੇ ਹੀ ਹੋਏ ਨੇ ਡਾਟਾ ਵਿਸ਼ਲੇਸ਼ਣ ਦੇ ਖੇਤਰ 'ਚ ਪੈਰ ਧਰੇ ਨੂੰ। ਇੰਨੀ ਛੇਤੀ ਇਕੱਲਪਣ ਤੋਂ ਦੁਖੀ ਨਾ ਹੋ ਬੇਟਾ, ਕੰਮ ਦੇ ਨਾਲ ਖੁਸ਼ ਰਹਿਣਾ ਵੀ ਸਿੱਖ। ਮੀਂਹ ਪੈ ਰਿਹਾ ਬਾਹਰ, ਚੱਲ ਪਕੌੜੇ ਖਾਈਏ, ਮੌਸਮ ਦਾ ਆਨੰਦ ਲਈਏ। ਪਰ ਦਾਦਾ ਜੀ, ਹਕੀਕਤ ਤੋਂ ਮੂੰਹ ਨਹੀਂ ਨਾ ਮੋੜ ਸਕਦੇ। ਸੱਚ ਦਾ ਸਾਹਮਣਾ ਕਰਦੇ ਹੋਏ ਹੀ ਭਵਿੱਖੀ ਯੋਜਨਾਬੰਦੀ ਕਰਨੀ ਚਾਹੀਦੀ ਹੈ। ਇਕੱਲਪਣ ਇੱਕ ਹਕੀਕਤ ਹੈ, ਅੱਜ ਨਹੀਂ ਤਾਂ ਕੱਲ ਇਹ ਆਵੇਗੀ ਹੀ। ਲਓ ਜੀ, ਆਲੂ ਪਿਆਜ਼ ਦੇ ਪਕੌੜੇ ਤਿਆਰ ਨੇ। ਪਰ ਆਪਸ ਵਿੱਚ ਕੀ ਝਗੜਾ ਹੈ ਦਾਦੇ ਪੋਤੇ ਦਾ? ਕੁਛ ਨਹੀਂ ਬੇਟਾ, ਬਸ ਤੇਰੇ ਪਕੌੜਿਆਂ ਦੀ ਉਡੀਕ ਕਰ ਰਿਹਾ ਸੀ। ਨਾਲੇ ਨਵੀਂ ਪੀੜ੍ਹੀ ਦਾ ਪ੍ਰਤੀਨਿਧ ਬਈ ਅਮਨ, ਉਸ ਨਾਲ ਕੋਈ ਚਰਚਾ ਚੱਲ ਰਹੀ ਸੀ। ਓ ਲੈ, ਸੁਨੀਲ ਵੀ ਆ ਗਿਆ। ਆਓ ਜੀ। ਬਾਬਾ ਜੀ,
ਪਾਪਾ ਜੀ ਤੁਹਾਡੇ ਲਈ ਪਕੌੜੇ ਇਸ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਨੇ ਹੀ ਬਣਾਏ ਨੇ। ਮਨੀਸ਼ਾ ਨੇ ਆਲੂ ਪਿਆਜ਼ ਵੀ ਕੱਟੇ ਤੇ ਸਵਾਦੀ ਚਟਣੀ ਵੀ ਬਣਾਈ ਹੈ, ਤੇ ਰਾਜਵੀਰ ਤੇ ਡਾਕਟਰ ਸਨੇਹਾ ਨੇ ਮਿਲ ਕੇ ਪਿਆਰ ਨਾਲ ਪਰੋਸੇ ਨੇ। ਸਾਰਾ ਸਿਰਾ ਤੇਰੇ ਸਿਰ ਵੱਜ ਰਿਹਾ ਸੀ ਸੁਨੀਲ। ਮਨੀਸ਼ਾ ਥੈਂਕ ਯੂ। ਬਈ ਮਨੁੱਖੀ ਜਾਤੀ ਤੇ AI ਦੇ ਭਵਿੱਖ ਬਾਰੇ ਚੱਲ ਰਹੀ ਚਰਚਾ ਤੋਂ ਭੱਜਣ ਲਈ ਪਕੌੜਿਆਂ ਦਾ ਸਹਾਰਾ ਤਾਂ ਨਾ ਲਓ ਹੁਣ। ਤੂੰ ਕਾਕਾ ਇੰਜ ਕਰ, ਜਾ ਆ ਆਪਣੇ ਪਾਪੇ ਨਾਲ ਬਹਿਸ ਕਰ, ਮੈਨੂੰ ਤੇ ਪਕੌੜਿਆਂ ਦਾ ਸਵਾਦ ਲੈਣ ਦੇ। ਤੇ ਵੀ ਮੈਨੂੰ ਇਹ ਦੱਸੋ ਅੱਜ ਦੀ ਬਹਿਸ ਦਾ ਵਿਸ਼ਾ ਕੀ ਹੈ? ਮੈਂ ਦੱਸਦੀ ਹਾਂ ਪਾਪਾ। ਅਮਨ ਦਾ ਵਿਚਾਰ ਹੈ ਕਿ ਬਨੌਟੀ ਬੌਧਿਕਤਾ ਦੇ ਕਾਰਨ ਮਸ਼ੀਨਾਂ ਬੁੱਧੀ ਵਿੱਚ ਮਨੁੱਖ ਤੋਂ ਅੱਗੇ ਲੰਘ ਜਾਣਗੀਆਂ, ਮਨੁੱਖ ਜਾਤੀ ਉੱਤੇ ਰਾਜ ਕਰਨਗੀਆਂ। ਸਮੇਂ ਦੇ ਨਾਲ ਮਨੁੱਖ ਆਪਣੀਆਂ ਹੀ ਮਸ਼ੀਨਾਂ ਦੇ ਗੁਲਾਮ ਬਣ ਜਾਣਗੇ। ਬਿਲਕੁਲ। ਅੱਛਾ ਅਮਨ, ਤੂੰ ਸਿੰਗੂਲੈਰਿਟੀ ਦੇ ਸਿਧਾਂਤ ਨੂੰ ਮੰਨਦਾ ਹੈ? ਕੀ ਤੂੰ ਸਾਰਾ ਦਿਨ ਹਾਲੀਵੁੱਡ ਫਿਲਮਾਂ ਵੇਖਦਾ ਰਹਿੰਦਾ ਹੈ? ਹਾਸੇ ਵਿੱਚ ਨਾ ਟਾਲੋ। ਅਮਨ ਦੀ ਗੱਲ ਗਲਤ ਨਹੀਂ ਹੈ। ਮਸ਼ੀਨਾਂ ਸੱਚਮੁੱਚ ਬੁੱਧੀਮਾਨ ਬਣ ਕੇ ਖੁਦ ਫੈਸਲੇ ਲੈਣਾ ਸ਼ੁਰੂ ਕਰ ਦੇਣਗੀਆਂ। ਪਹਿਲਾਂ ਹੀ ਰੋਗ ਪਛਾਣ ਤੇ ਨਵੀਆਂ ਦਵਾਈਆਂ ਦੇ ਵਿਕਾਸ ਵਿੱਚ ਤਾਂ AI ਸਹਾਇਤਾ ਕਰ ਹੀ ਰਹੀ ਹੈ। ਕਰੋਨਾ ਵਾਇਰਸ ਵੈਕਸੀਨ ਦਾ ਵਿਕਾਸ ਤੇ ਨਵੀਆਂ ਦਵਾਈਆਂ ਦੀ ਖੋਜ ਨੂੰ ਅਜੇ ਕਈ ਸਾਲ ਲੱਗ ਜਾਣੇ ਸੀ, ਪਰ AI ਨੇ ਇਹ ਕੰਮ ਜੇ ਦਿਨਾਂ ਵਿੱਚ ਨਹੀਂ ਤਾਂ ਮਹੀਨਿਆਂ ਵਿੱਚ ਹੀ ਕਰ ਦਿੱਤਾ। ਬਈ ਪਕੌੜੇ ਬਹੁਤ ਸਵਾਦ ਨੇ, ਪਰ ਬੇਟੀ ਸਨੇਹਾ, ਜੇ ਬਨੌਟੀ ਬੌਧਿਕਤਾ ਉਹ ਕੰਮ ਕਰ ਰਹੀ ਹੈ ਜੋ ਤੁਸੀਂ ਕਹਿੰਦੇ ਹੋ, ਤਾਂ ਫਿਰ ਸਮੱਸਿਆ ਕੀ ਹੈ? ਮੈਂ ਵੀ ਇਹੀ ਸੋਚ ਰਹੀ ਸੀ ਦਾਦਾ ਜੀ। ਜੇ ਬਨੌਟੀ ਬੌਧਿਕਤਾ ਦਵਾਈਆਂ ਦੇ ਵਿਕਾਸ ਵਿੱਚ ਜਾਂ ਬਿਮਾਰੀਆਂ ਦੀ ਜਾਂਚ 'ਚ ਸਹਾਇਤਾ ਕਰ ਸਕਦੀ ਹੈ, ਤਾਂ ਸਮੱਸਿਆ ਕੀ ਹੈ? ਇਹ ਤਾਂ ਚੰਗਾ ਹੀ ਹੈ ਨਾ। ਤੇ ਉਸ AI ਬਾਬਤ ਜੋ ਪ੍ਰਬੰਧਨ, ਪ੍ਰਸ਼ਾਸਨ, ਲੇਖਾਕਾਰੀ, ਸ਼ੇਅਰ ਬਾਜ਼ਾਰ, ਪੁਲਿਸਿੰਗ, ਟ੍ਰੈਫਿਕ ਨਿਯੰਤਰਣ, ਡਰਾਈਵਰ ਰਹਿਤ ਆਵਾਜਾਈ ਆਦਿ ਨਾਲ ਸੰਬੰਧਿਤ ਹੈ, ਕੀ ਕਹੋਗੇ? ਬਈ ਸੁਨੀਲ, ਇਹ ਵੀ ਤਾਂ ਸਾਡੇ ਆਰਾਮ ਲਈ, ਸਾਡੀ ਸੇਵਾ 'ਚ ਕੰਮ ਕਰਨ ਵਾਲੀਆਂ ਸ਼ਾਨਦਾਰ ਉਦਾਹਰਨਾਂ ਨੇ। ਇਹਨਾਂ ਕਾਰਨ ਭ੍ਰਿਸ਼ਟਾਚਾਰ ਘੱਟ ਹੁੰਦਾ ਹੈ ਤੇ ਯੋਗ ਉਮੀਦਵਾਰ ਦੀ ਸਹੀ ਚੋਣ ਹੁੰਦੀ ਹੈ। ਹਾਂ, ਪਰ ਅਮਨ, ਇੱਥੇ ਸੋਚਣ ਦੀ ਲੋੜ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ। ਜਿਸ ਦਰ ਨਾਲ ਅਸੀਂ ਸਹੂਲਤਾਂ ਦੇ ਨਾਂ 'ਤੇ ਇਹਨਾਂ ਮਸ਼ੀਨਾਂ ਨੂੰ ਸਵੈ ਨਿਰਭਰ ਤੇ ਇੰਟੈਲੀਜੈਂਟ ਬਣਾ ਰਹੇ ਹਾਂ, ਕੀ ਅਸੀਂ ਇਹਨਾਂ ਨੂੰ ਹਮਲਾਵਰ ਰੋਬੋਟਾਂ ਵਿੱਚ ਤਬਦੀਲ ਕਰਨ ਦਾ ਖਤਰਾ ਤਾਂ ਨਹੀਂ ਮੁੱਲ ਲੈ ਰਹੇ? ਮੰਮੀ, ਅਸੀਂ ਤਾਂ ਪਹਿਲਾਂ ਹੀ ਬਹੁਤ ਸਾਰੇ ਸਮਾਰਟ ਡਰੋਨ ਤੇ ਮਿਜ਼ਾਈਲਾਂ ਬਣਾ ਚੁੱਕੇ ਹਾਂ ਜੋ ਨਿਸ਼ਾਨਿਆਂ ਦੀ ਪਛਾਣ ਕਰਕੇ ਆਪਣੇ ਆਪ ਹਮਲੇ ਕਰ ਸਕਦੇ ਨੇ। ਦੇਖੋ ਬਈ, ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ, ਪਰ ਭੌਤਿਕ ਵਿਗਿਆਨ ਦੀ ਵਿਦਿਆਰਥਣ ਹੋਣ ਦੇ ਨਾਤੇ ਮੇਰਾ ਵਿਚਾਰ ਹੈ ਕਿ ਇਹਨਾਂ AI ਆਧਾਰਿਤ ਮਸ਼ੀਨਾਂ ਦੀ ਡਿਜ਼ਾਈਨਿੰਗ ਦੌਰਾਨ ਸੰਭਵ ਸੁਰੱਖਿਆ ਉਪਾਅ ਜ਼ਰੂਰ ਅਪਣਾਏ ਗਏ ਹੋਣਗੇ। ਸਾਜ਼ਿਸ਼ ਦੇ ਸਿਧਾਂਤਾਂ ਪਿੱਛੇ ਨਾ ਭੱਜੀਏ। ਦੇਖੋ, ਅਸੀਂ ਲੱਖਾਂ ਸਾਲਾਂ ਤੋਂ ਧਰਤੀ ਤੇ ਰਹਿ ਰਹੇ ਹਾਂ। ਇੱਕ ਮਸ਼ੀਨ ਸਾਨੂੰ ਕਿਵੇਂ ਮਿਟਾ ਸਕਦੀ ਹੈ? ਆਹਾ ਬਈ ਬੇਟੀ ਰਾਜਵੀਰ ਦੀ ਬਹੁਤ ਵਧੀਆ ਦਲੀਲ ਦੀ ਖੁਸ਼ੀ 'ਚ ਮੈਨੂੰ ਇੱਕ ਹੋਰ ਪਕੌੜਾ ਖਾਣਾ ਚਾਹੀਦਾ ਹੈ। ਵੀ ਆ ਨਾਲ ਸਵਾਦ ਜੀ ਚਟਨੀ ਵੀ। ਦੇਖੋ, ਆਉਣ ਵਾਲੇ ਦਿਨਾਂ ਵਿੱਚ ਮਸ਼ੀਨਾਂ ਵੱਲੋਂ ਸਾਡੇ ਉੱਤੇ ਰਾਜ ਕਰਨ ਦਾ ਵਿਚਾਰ ਕੋਈ ਨਵਾਂ ਵਿਚਾਰ ਨਹੀਂ, ਇਹ ਤਾਂ ਬਹੁਤ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ। ਹਾਂ ਦਾਦਾ ਜੀ, ਇਸ ਦੇ ਬਾਵਜੂਦ ਮਨੁੱਖੀ ਵਿਕਾਸ ਦੀ ਅਗਲੀ ਉੱਚੀ ਤੇ ਲੰਬੀ ਛਾਲ ਤਾਂ ਯਕੀਨੀ ਤੌਰ ਤੇ ਇਹਨਾਂ AI ਆਧਾਰਿਤ ਮਸ਼ੀਨਾਂ ਕਾਰਨ ਹੀ ਸੰਭਵ ਹੋਏਗੀ। ਪਰ ਇੱਕ ਸਵਾਲ ਵੀ ਹੈ ਕਿ ਮਨੁੱਖੀ ਸੱਭਿਅਤਾ ਦਾ ਭਵਿੱਖ ਕੀ ਹੈ? ਖੈਰ, ਜਿਸ ਤਰ੍ਹਾਂ ਮਨੁੱਖੀ ਲਾਲਚ ਵੱਧ ਰਿਹਾ ਹੈ, ਧਰਤੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੈਵ ਵੰਨ-ਸੁਵੰਨਤਾ ਤਬਾਹ ਕੀਤੀ ਜਾ ਰਹੀ ਹੈ, ਬਨੌਟੀ ਬੌਧਿਕਤਾ ਦਾ ਵਿਕਾਸ, ਮਸ਼ੀਨ ਲਰਨਿੰਗ, ਚੀਜ਼ਾਂ ਦੇ ਇੰਟਰਨੈਟ ਦੇ ਰੂਪ ਆ ਰਹੇ ਨੇ, ਇਹਦੇ ਨਾਲ ਮਨੁੱਖ ਜਾਤੀ ਉੱਤੇ ਮਸ਼ੀਨਾਂ ਦਾ ਦਬਦਬਾ ਵਧਣਾ ਸਪਸ਼ਟ ਹੈ। ਬੇਸ਼ੱਕ ਉਹ ਅਜੇ ਅਜਿਹਾ ਨਹੀਂ ਕਰ ਰਹੀਆਂ, ਪਰ ਅਗਲੇ ਕੁਝ ਸਾਲਾਂ 'ਚ ਮਸ਼ੀਨਾਂ ਯਕੀਨੀ ਤੌਰ ਤੇ ਮਨੁੱਖਤਾ ਤੇ ਪੂਰੀ ਤਰ੍ਹਾਂ ਹਾਵੀ ਹੋ ਸਕਦੀਆਂ ਨੇ। ਅਸੀਂ AI ਸਿੰਗੂਲੈਰਿਟੀ ਜਾਂ ਮਸ਼ੀਨ ਦੇ ਦਬਦਬੇ ਵੱਲ ਵੱਧ ਰਹੇ ਹਾਂ, ਭਾਵੇਂ ਹੌਲੀ-ਹੌਲੀ ਹੀ ਸਹੀ, ਪਰ ਲਗਾਤਾਰ ਵੱਧ ਰਹੇ ਹਾਂ। ਸੁਨੀਲ ਬੇਟਾ, ਤੁਹਾਡੀ ਕੀ ਰਾਏ ਹੈ? ਪਾਪਾ ਜੀ, ਮੇਰੇ ਖਿਆਲ 'ਚ AI ਮਸ਼ੀਨਾਂ ਬਾਰੇ ਘਬਰਾਉਣ ਦੀ ਕੋਈ ਇੰਨੀ ਲੋੜ ਨਹੀਂ ਹੈ। ਟੈਕਨੋਲੋਜੀ ਤਾਂ ਮਨੁੱਖੀ ਜੀਵਨ ਨੂੰ ਆਰਾਮਦਾਇਕ ਬਣਾਉਣ ਲਈ ਤਿਆਰ ਕੀਤੀ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਵਰਤਾਰਾ ਸਾਨੂੰ ਇੱਕ ਨਵੀਂ ਤੇ ਸੁਹਾਵਣੀ ਸੜਕ ਤੇ ਹੋਰ ਅੱਗੇ ਲੈ ਕੇ ਜਾਏਗਾ। ਅਮਨ ਤੇ ਰਾਜਵੀਰ ਕੁਝ ਕਹਿਣਾ ਚਾਹੁੰਦੇ ਨੇ, ਪਰ ਰੁਕੋ, ਪਹਿਲਾਂ ਮੈਂ ਸੁਨੀਲ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਹਾਂਜੀ। ਖੈਰ ਸੁਨੀਲ, ਤੁਸੀਂ ਦੱਸੋ ਕਿ ਜਦੋਂ ਅਮਰੀਕਾ ਖੇਤੀਬਾੜੀ ਅਰਥ ਵਿਵਸਥਾ ਤੋਂ ਉਦਯੋਗਿਕ ਅਰਥਚਾਰੇ 'ਚ ਤਬਦੀਲ ਹੋਇਆ ਤੇ ਕੀ ਹੋਇਆ ਸੀ? ਪਾਪਾ ਜੀ, ਤਬਦੀਲੀ ਹੌਲੀ-ਹੌਲੀ ਹੋਈ ਸੀ, ਇਸ ਲਈ ਲੋਕਾਂ ਨੂੰ ਇਸ ਦੇ ਅਨੁਕੂਲ ਹੋਣ ਤੇ ਢਲਣ ਦਾ ਸਮਾਂ ਮਿਲ ਗਿਆ ਸੀ। ਫਿਰ ਵੀ ਸਮਾਜ ਤੇ ਲੋਕਾਂ ਉੱਪਰ ਕੁਝ ਪ੍ਰਭਾਵ ਤਾਂ ਪਿਆ ਹੀ ਹੋਏਗਾ ਨਾ। ਪਿਤਾ ਜੀ, ਤੁਸੀਂ ਇਸ ਸਵਾਲ ਨਾਲ ਚਰਚਾ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦੇ ਹੋ?
ਪਰ ਹਕੀਕਤ ਹੈ ਕਿ ਜਦੋਂ ਵੀ ਆਰਥਿਕਤਾ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਘੱਟੋ ਘੱਟ ਸ਼ੁਰੂ ਵਿੱਚ ਸ਼ੰਕੇ ਹੁੰਦੇ ਨੇ, ਵਿਰੋਧ ਵੀ ਹੁੰਦਾ ਹੈ, ਰੁਜ਼ਗਾਰ ਸੰਬੰਧੀ ਮੁੱਦੇ ਪੈਦਾ ਹੋ ਸਕਦੇ ਨੇ, ਲੋਕ ਸੰਘਰਸ਼ ਕਰਦੇ ਨੇ। ਪਰ ਹੌਲੀ-ਹੌਲੀ ਹਾਲਾਤ ਮੁੜ ਆਮ ਵਾਲੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਖੁਸ਼ਹਾਲੀ ਆਉਂਦੀ ਹੈ। ਜੇ ਅਸੀਂ ਅਰਥ ਵਿਵਸਥਾ ਵਿੱਚ AI ਆਧਾਰਿਤ ਤਬਦੀਲੀ ਕਰਨੀ ਹੈ ਤਾਂ ਹਰ ਕਿਸੇ ਨੂੰ ਘੱਟੋ ਘੱਟ ਕੋਡਿੰਗ ਜਾਂ ਕੰਪਿਊਟਰ ਪ੍ਰੋਗਰਾਮਿੰਗ ਦਾ ਜਾਣੂ ਹੋਣਾ ਪਏਗਾ। ਵਾਹ ਵਾਹ, ਮੇਰੀ ਨੂੰਹ ਤੇ ਪੁੱਤਰ ਕਿੰਨੇ ਸਮਝਦਾਰ ਨੇ ਬਈ। ਸਨੇਹਾ, ਤੁਸੀਂ ਠੀਕ ਕਹਿ ਰਹੇ ਹੋ। ਜਦੋਂ ਅਮਰੀਕਾ 'ਚ ਮਹਾਮੰਦੀ ਆਈ ਸੀ ਤਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ, ਚੰਗੇ ਭਲੇ ਚੱਲਦੇ ਕਾਰੋਬਾਰਾਂ 'ਚ ਖੜੋਤ ਆ ਗਈ ਸੀ ਤੇ ਖੁਦਕੁਸ਼ੀਆਂ ਦੀ ਗਿਣਤੀ ਬਹੁਤ ਵੱਧ ਗਈ ਸੀ ਪੁੱਤਰ। ਪਾਪਾ ਜੀ, ਮੈਨੂੰ ਲੱਗਦਾ ਕਿ ਅਗਲੇ 5-6 ਸਾਲਾਂ 'ਚ ਬੱਚੇ ਇਸ ਚੁਣੌਤੀ ਨੂੰ ਸਵੀਕਾਰ ਕਰਨਗੇ ਤੇ ਕੋਡਿੰਗ ਦੀ ਕਲਾ ਵਿੱਚ ਮਾਹਰ ਹੋ ਜਾਣਗੇ। ਤੇ ਪਾਪਾ ਜੀ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਰਵਾਇਤੀ ਨੌਕਰੀ ਦੇ ਬਹੁਤ ਸਾਰੇ ਮੌਕੇ ਅਲੋਪ ਹੋ ਜਾਣਗੇ। ਪਰ ਸੁਨੀਲ, ਬਨਾਵਟੀ ਬੌਧਿਕਤਾ ਤਾਂ ਪਹਿਲਾਂ ਹੀ ਆਵਾਜਾਈ, ਨਿਰਮਾਣ, ਸਿਹਤ, ਸਿੱਖਿਆ, ਮੀਡੀਆ, ਖਪਤਕਾਰ ਸੇਵਾਵਾਂ, ਖੇਤੀਬਾੜੀ ਆਦਿ ਦੇ ਖੇਤਰਾਂ ਵਿੱਚ ਦਾਖਲ ਤਾਂ ਹੋ ਹੀ ਚੁੱਕੀ ਹੈ। ਉਹ ਬਈ ਭਲੇ ਲੋਕੋ, ਤੁਸੀਂ ਤਾਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਲਈ ਮੈਂ ਹੁਣ ਨੌਜਵਾਨ ਪੀੜ੍ਹੀ ਯਾਨੀ ਮੇਰੇ ਪੋਤੇ ਪੋਤੀ ਅਮਨ ਤੇ ਰਾਜਵੀਰ ਨੂੰ ਪੁੱਛਦਾ ਹਾਂ, ਹਾਲਾਤਾਂ ਦੇ ਮੱਦੇਨਜ਼ਰ ਮਨੁੱਖ ਜਾਤੀ ਦੇ ਭਵਿੱਖ ਬਾਰੇ ਤੁਹਾਡੇ ਕੀ ਵਿਚਾਰ ਨੇ ਬਈ? ਹਾਂ ਦਾਦਾ ਜੀ, ਦੇਖੋ, ਹਰ ਟੈਕਨੋਲੋਜੀ ਤੋਂ ਨਵੀਂ ਉਮੀਦ ਜਾਗਦੀ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਕੁਝ ਟੈਕਨੋਲੋਜੀਆਂ ਦੇ ਮਾੜੇ ਨਤੀਜੇ ਵੀ ਨਿਕਲੇ ਨੇ ਤੇ ਨੁਕਸਾਨ ਵੀ ਹੋਇਆ। ਵਾਤਾਵਰਣ, ਪਾਣੀ, ਬਾਲਣ, ਰੋਗ ਨਿਯੰਤਰਣ ਵਰਗੇ ਖੇਤਰਾਂ ਵਿੱਚ AI ਤਰੱਕੀ ਦੀ ਕੁੰਜੀ ਹੈ। ਅਸੀਂ ਇਸ ਨੂੰ ਆਪਣੇ ਧਰਤ ਗ੍ਰਹਿ ਨੂੰ ਵਧੇਰੇ ਸੁੰਦਰ ਤੇ ਜੀਵਨ ਨੂੰ ਕਾਇਮ ਰੱਖਣ ਵਾਲਾ ਬਣਾਉਣ ਲਈ ਵਰਤ ਸਕਦੇ ਹਾਂ। ਵਾਹ, ਕਿਆ ਸਕਾਰਾਤਮਕ ਵਿਚਾਰ ਨੇ। ਪਰ ਪੁੱਤਰ, ਕੀ ਤੈਨੂੰ ਲੱਗਦਾ ਵੀ ਧਰਤੀ ਹਮੇਸ਼ਾ ਜੀਵਨ ਨੂੰ ਕਾਇਮ ਰੱਖ ਸਕੇਗੀ? ਦਾਦਾ ਜੀ, ਧਰਤੀ ਤੇ ਜ਼ਿੰਦਗੀ ਕਿਉਂ ਨਹੀਂ ਬਣੀ ਰਹੇਗੀ? ਬੇਸ਼ੱਕ ਚੁਣੌਤੀ ਭਰੇ ਦਿਨ ਚੱਲ ਰਹੇ ਨੇ, ਪਰ ਧਰਤੀ ਉੱਤੇ ਜੀਵਨ ਕਾਇਮ ਰਹੇਗਾ ਹਮੇਸ਼ਾ ਲਈ। ਹਾਂ ਬੇਟਾ, ਤੂੰ ਬਿਲਕੁਲ ਠੀਕ ਕਹਿ ਰਿਹਾ ਹੈ। ਜੀਵਨ ਹਮੇਸ਼ਾ ਧਰਤੀ ਤੇ ਰਹੇਗਾ। ਡੈਫੀਨੇਟਲੀ ਪਾਪਾ ਜੀ, ਧਰਤੀ ਤਾਂ ਹਮੇਸ਼ਾ ਜੀਵਨ ਰਹੇਗਾ। ਅੱਛਾ, ਪਰ ਕਿਉਂ? ਧਰਤੀ ਉੱਤੇ ਜੀਵਨ ਹਮੇਸ਼ਾ ਕਾਇਮ ਕਿਉਂ ਰਹੇਗਾ? ਬਈ ਤੁਸੀਂ ਉਹ ਪਿਛਲੀਆਂ 5 ਮਹਾਂਪਰਲੋਆਂ ਬਾਰੇ ਨਹੀਂ ਜਾਣਦੇ? ਜੈਵ ਵੰਨ-ਸੁਵੰਨਤਾ ਵਿੱਚ ਤੇਜ਼ੀ ਨਾਲ ਕਮੀ ਆਈ, ਸਾਰੇ ਜੀਵਨ ਦਾ 99.9% ਗਾਇਬ ਹੀ ਹੋ ਗਿਆ ਸੀ। ਉਸ ਸਮੇਂ ਨਾਲ ਤੁਲਨਾ ਕੀਤੀ ਜਾਏ ਤਾਂ ਮਨੁੱਖ ਤਾਂ 24 ਘੰਟੇ ਵਿੱਚੋਂ ਸਿਰਫ 1 ਸਕਿੰਟ ਜਿੰਨੇ ਸਮੇਂ ਲਈ ਧਰਤੀ ਤੇ ਰਹੇ ਨੇ। ਪਰ ਹਾਂ, ਇੱਕ ਮੁੱਖ ਅੰਤਰ ਹੈ। ਕੀ ਹੈ ਉਹ ਫਰਕ ਦਾਦਾ ਜੀ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? AI ਤੇ ਮਹਾਂਪਰਲੋਆਂ ਦਾ ਆਪਸੀ ਸੰਬੰਧ ਕੀ ਹੈ? ਟੈਕਨੋਲੋਜੀ ਵੱਲੋਂ ਇੱਕ ਦਿਨ ਮਨੁੱਖਤਾ ਉੱਤੇ ਰਾਜ ਕਰਨ ਦਾ ਡਰ ਤਾਂ ਕਈਆਂ ਨੇ ਜ਼ਾਹਰ ਕੀਤਾ ਹੈ। ਤੁਸੀਂ ਕਿਸ ਫਰਕ ਦੀ ਗੱਲ ਕਰ ਰਹੇ ਹੋ? ਫਰਕ ਇਹ ਕਿ ਅਸੀਂ ਡਾਇਨਾਸੌਰ ਨਹੀਂ ਹਾਂ। ਕੀ ਅਸੀਂ ਡਾਇਨਾਸੌਰ ਨਹੀਂ ਹਾਂ? ਤਾਂ ਤੁਹਾਡਾ ਕੀ ਮਤਲਬ ਹੈ ਪਾਪਾ ਜੀ? ਇਸ ਦਾ ਮਨੁੱਖੀ ਹੋਂਦ ਨਾਲ ਕੀ ਸੰਬੰਧ ਹੈ? ਇਸ ਦਾ ਸਾਡੀ ਅੱਜ ਦੀ ਚਰਚਾ ਨਾਲ ਕੀ ਸੰਬੰਧ ਹੈ ਪਿਤਾ ਜੀ? ਮੈਂ ਹੈਰਾਨ ਹੁੰਦਾ, ਸਾਡੀ ਇਸ ਵਿਕਸਿਤ ਟੈਕਨੋਲੋਜੀ ਦਾ ਤਾਂ ਅਸੀਂ ਅਜੇ ਪੂਰਾ ਆਨੰਦ ਵੀ ਨਹੀਂ ਲਿਆ, ਪਰ ਕਈ ਲੋਕ ਪਹਿਲਾਂ ਹੀ ਨਕਾਰਾਤਮਕ ਤਰੀਕੇ ਨਾਲ ਸੋਚੀ ਜਾ ਰਹੇ ਨੇ। ਪਰਲੋਆਂ, ਮਹਾਂਪਰਲੋਆਂ, ਖਤਰੇ ਤੇ ਮਹਾਂਮਾਰੀਆਂ ਆਈਆਂ, ਫਿਰ ਵੀ ਮਨੁੱਖ ਜਾਤੀ ਨੇ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕੀਤਾ, ਸਮੇਂ ਤੇ ਚੜ੍ਹਾਈ ਕੀਤੀ, ਮਨੁੱਖਤਾ ਬਚੀ। ਕਿਉਂ? ਕਿਉਂਕਿ ਅਸੀਂ ਡਾਇਨਾਸੌਰ ਨਹੀਂ ਹਾਂ। ਵਾਹ ਬੇਟੀ ਰਾਜਵੀਰ, ਠੀਕ ਹੈ। ਇਨਸਾਨ ਜ਼ਿੱਦੀ ਹੈ, ਜੋਸ਼ੀਲਾ ਹੈ, ਬੁੱਧੀਮਾਨ ਹੈ। ਮੈਂ ਇੱਕ ਕਹਾਣੀ ਸੁਣਾਉਂਦਾ। ਲਗਭਗ ਕੋਈ 75,000 ਸਾਲ ਪਹਿਲਾਂ ਇੰਡੋਨੇਸ਼ੀਆ ਵਿੱਚ ਮਾਊਂਟ ਟੋਬਾ ਨਾਂ ਦਾ ਇੱਕ ਜਵਾਲਾਮੁਖੀ ਫਟਿਆ ਸੀ। ਹਾਂ ਦਾਦਾ ਜੀ, ਇਸ ਤੋਂ ਨਿਕਲੀ ਸੁਆਹ ਦੇ ਬੱਦਲਾਂ ਨੇ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕ ਦਿੱਤਾ। ਕਰੀਬਨ 1000 ਸਾਲ ਲਈ ਸਰਦੀਆਂ ਦਾ ਸਾਹਮਣਾ ਕਰਨਾ ਪਿਆ ਸੀ। ਤੇ ਇਹਦਾ ਨਤੀਜਾ ਇਹ ਹੋਇਆ ਕਿ ਮਨੁੱਖ ਯਾਨੀ ਹੋਮੋ ਸੇਪੀਅਨਸ ਦੀ ਆਬਾਦੀ ਵਿੱਚ ਭਾਰੀ ਕਮੀ ਆਈ, ਜੋ ਘਟ ਕੇ ਸਿਰਫ 2 ਤੋਂ 3000 ਤੱਕ ਹੀ ਰਹਿ ਗਈ ਸੀ। ਪਰ ਅੱਜ ਧਰਤੀ ਤੇ ਆਬਾਦੀ ਨੂੰ ਵੇਖੋ, ਲਗਭਗ 8 ਅਰਬ। ਤੁਸੀਂ ਸਭ ਜਾਣਦੇ ਹੋ, ਪਰ ਬੇਟਾ ਯਾਦ ਕਰੋ, ਉਸ ਵੇਲੇ ਕੋਈ ਟੈਕਨੀਕ ਨਹੀਂ ਸੀ, ਕੋਈ ਬਣਾਉਟੀ ਬੌਧਿਕਤਾ ਨਹੀਂ ਸੀ, ਫਿਰ ਵੀ ਮਨੁੱਖ ਬਚ ਗਿਆ। ਮਨੁੱਖ ਨੇ ਆਪਣੀ ਅਕਲ, ਆਪਣੀ ਹਿੰਮਤ, ਆਪਣੇ ਸਬਰ ਦਾ ਲਾਭ ਉਠਾਇਆ। ਪ੍ਰਸਿੱਧ ਖਗੋਲ ਵਿਗਿਆਨੀ ਕਾਰਲ ਸਾਗਨ ਨੇ ਲਿਖਿਆ ਹੈ, ਜੀਵਨ ਇੰਨਾ ਕੀਮਤੀ ਹੈ ਕਿ ਇਸ ਨੂੰ ਇੱਕ ਗ੍ਰਹਿ ਤੱਕ ਸੀਮਿਤ ਕਰਨਾ
ਬਹੁਤ ਵੱਡੀ ਬੇਇਨਸਾਫੀ ਹੈ। ਬਿਲਕੁਲ ਠੀਕ ਕਿਹਾ ਪਿਤਾ ਜੀ। ਤੇ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਇਹਨੂੰ ਫੈਲਾਇਆ ਜਾਣਾ ਚਾਹੀਦਾ ਹੈ। ਬ੍ਰਹਿਮੰਡ ਵਿੱਚ ਸਾਰੇ ਗ੍ਰਹਿਾਂ ਤੇ ਜਿੱਥੇ ਕਿਤੇ ਵੀ ਜੀਵਨ ਪਣਪ ਸਕਦਾ ਹੋਵੇ, ਇਨਸਾਨੀਅਤ ਬ੍ਰਹਿਮੰਡ ਦੇ ਸਾਰੇ ਹਿੱਸਿਆਂ ਵਿੱਚ ਫੈਲਣੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਸਦੀਵੀ ਜੀਵਨ ਜੀਵਾਂਗੇ। ਸਦੀਵੀ ਜੀਵਨ, ਮਨੁੱਖ ਜਾਤੀ ਅਮਰ ਹੋ ਜਾਏਗੀ। ਕੀ ਤੁਸੀਂ ਪੁਲਾੜ 'ਚ ਮਨੁੱਖੀ ਬਸਤੀਆਂ ਵਸਾਉਣ ਲਈ ਬਨਾਵਟੀ ਬੌਧਿਕਤਾ ਦੀ ਵਰਤੋਂ ਦੀ ਸੰਭਾਵਨਾ ਬਾਰੇ ਗੱਲ ਕਰ ਰਹੇ ਹੋ? ਹਾਂ, ਕਿ AI ਦੀ ਬਦੌਲਤ ਮਨੁੱਖ ਜਾਤੀ ਪੁਲਾੜ ਵਿੱਚ ਇੱਕ ਵੱਡੀ ਛਲਾਂਗ ਲਗਾਏਗੀ। ਪਰ ਤੁਸੀਂ ਇਦਾਂ ਕਿਉਂ ਸੋਚਦੇ ਹੋ? ਕਿਉਂਕਿ ਅਸੀਂ ਡਾਇਨਾਸੌਰ ਨਹੀਂ ਆ। ਬਿਲਕੁਲ ਸਹੀ, ਕਿਉਂਕਿ ਅਸੀਂ ਡਾਇਨਾਸੌਰ ਨਹੀਂ ਹਾਂ। ਜਦੋਂ ਸੂਰਜ ਆਪਣੇ ਜੀਵਨ ਦੇ ਅੰਤਲੇ ਪੜਾਅ ਵਿੱਚ ਆਵੇਗਾ, ਇਹ ਧਰਤੀ ਦੇ ਘੁੰਮਣ ਚੱਕਰ ਨੂੰ ਆਪਣੀਆਂ ਅੱਗ ਦੀਆਂ ਲਪਟਾਂ ਵਿੱਚ ਸਮੇਟ ਲਵੇਗਾ। ਆਕਾਸ਼ ਗੰਗਾਵਾਂ ਆਪਸ 'ਚ ਟਕਰਾ ਜਾਣਗੀਆਂ, ਵੱਡੀਆਂ ਆਕਾਸ਼ ਗੰਗਾਵਾਂ ਛੋਟੀਆਂ ਨੂੰ ਨਿਗਲ ਲੈਣਗੀਆਂ ਤੇ ਇਸ ਅਮਲ ਵਿੱਚ ਊਰਜਾ ਪ੍ਰਾਪਤ ਕਰਕੇ ਹੋਰ ਵੱਡੀਆਂ ਬਣ ਜਾਣਗੀਆਂ। ਸੁਨੀਲ, ਤੁਸੀਂ ਸਾਨੂੰ ਇੱਕ ਵਾਰ ਦੱਸਿਆ ਸੀ ਕਿ ਦੁਗਧ ਮੇਖਲਾ ਆਕਾਸ਼ ਗੰਗਾ, ਜਿਸ ਵਿੱਚ ਸਾਡੀ ਧਰਤੀ ਆਉਂਦੀ ਹੈ, ਐਂਡਰੋਮੇਡਾ ਆਕਾਸ਼ ਗੰਗਾ ਨਾਲ ਟਕਰਾਉਣ ਦੇ ਰਾਹ ਤੇ ਹੈ। ਟੱਕਰ ਐਂਡਰੋਮੇਡਾ ਆਕਾਸ਼ ਗੰਗਾ ਨੂੰ ਨਸ਼ਟ ਕਰ ਦੇਵੇਗੀ ਤੇ ਵਿਸ਼ਾਲ ਮਾਤਰਾ ਵਿੱਚ ਊਰਜਾ ਨਿਕਲੇਗੀ। ਹਾਂ, ਬਿਲਕੁਲ ਸਹੀ ਹੈ। ਭਵਿੱਖਬਾਣੀ ਹੈ ਕਿ ਇਹ ਘਟਨਾ ਕਰੀਬ 4.5 ਅਰਬ ਸਾਲ ਬਾਅਦ ਵਾਪਰੇਗੀ। ਅਜਿਹੀਆਂ ਟੱਕਰਾਂ ਹੁੰਦੀਆਂ ਰਹਿੰਦੀਆਂ ਨੇ। ਇਹਨਾਂ 'ਚ ਬਨੌਟੀ ਬੌਧਿਕਤਾ ਦੀ ਕੀ ਭੂਮਿਕਾ ਹੈ? ਬੇਟਾ, 2017 ਵਿੱਚ ਸਾਨੂੰ ਧਰਤੀ ਵਰਗਾ ਇੱਕ ਨਹੀਂ ਸਗੋਂ 7 ਗ੍ਰਹਿ ਮਿਲੇ ਨੇ, ਉਹ ਵੀ ਧਰਤੀ ਤੋਂ ਸਿਰਫ 39 ਕੁ ਪ੍ਰਕਾਸ਼ ਸਾਲ ਦੂਰ। ਇਹਨਾਂ ਵਿੱਚੋਂ 3 ਰਹਿਣਯੋਗ ਪੱਟੀ ਵਿੱਚ ਨੇ ਤੇ ਉੱਥੇ ਤਰਲ ਪਾਣੀ ਹੋਣ ਦੀ ਸੰਭਾਵਨਾ ਹੈ। ਉਹ ਸਾਡੇ ਸੂਰਜ ਮੰਡਲੋਂ ਬਾਹਰਲੇ ਅਜਿਹੇ ਐਗਜ਼ੋ ਗ੍ਰਹਿ ਹਰ ਸਮੇਂ ਖੋਜੇ ਜਾਂਦੇ ਨੇ, ਪਰ ਇਸ ਦਾ AI ਤੇ ਮਨੁੱਖਾਂ ਦੇ ਭਵਿੱਖ ਨਾਲ ਕੀ ਸੰਬੰਧ ਹੈ? ਸਨੇਹਾ ਬੇਟਾ, ਹਾਲ ਹੀ ਵਿੱਚ ਧਰਤੀ ਵਰਗਾ ਇੱਕ ਐਗਜ਼ੋਗ੍ਰਹਿ ਖੋਜਿਆ ਗਿਆ ਹੈ। ਇਸ ਨੂੰ ਪ੍ਰੋਕਸੀਮਾ ਸੈਂਟੋਰੀ B ਨਾਮ ਦਿੱਤਾ ਗਿਆ ਹੈ। ਓਕੇ। ਇਹ ਪ੍ਰੋਕਸੀਮਾ ਸੈਂਟੋਰੀ ਤਾਰੇ ਦੀ ਰਹਿਣਯੋਗ ਪੱਟੀ ਦਾ ਚੱਕਰ ਲਾਉਂਦਾ ਜੇ। ਇਹ ਤਾਰਾ ਸੂਰਜ ਤੋਂ ਬਾਅਦ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ ਤੇ ਸਾਡੇ ਤੋਂ ਲਗਭਗ 4.2 ਪ੍ਰਕਾਸ਼ ਸਾਲ ਦੂਰ ਹੈ। ਵਿਗਿਆਨੀ ਅੰਦਾਜ਼ਾ ਲਗਾ ਰਹੇ ਨੇ ਕਿ ਇਹ ਪਹਿਲਾ ਗ੍ਰਹਿ ਹੋ ਸਕਦਾ ਹੈ ਜਿੱਥੇ ਪ੍ਰਯੋਗ ਦੇ ਤੌਰ ਤੇ ਮਨੁੱਖ ਰਹਿਣਾ ਸ਼ੁਰੂ ਕਰ ਸਕਦੇ ਨੇ। ਪਰ ਇਸ ਖੋਜ ਦਾ ਵੀ AI ਜਾਂ ਫਿਰ ਮਸ਼ੀਨ ਸਿਖਲਾਈ ਨਾਲ ਕੀ ਸੰਬੰਧ ਹੈ? ਕੋਈ ਵੀ ਸਬੰਧ ਕਿਉਂ ਨਹੀਂ ਹੋਵੇਗਾ ਪੁੱਤਰ। ਬਣਾਉਟੀ ਬੌਧਿਕਤਾ ਹਰੇਕ ਟੈਕਨੋਲੋਜੀ ਵਿੱਚ ਸਹੂਲਤ ਦਿੰਦੀ ਹੈ। ਇਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦੀ ਹੈ। ਜ਼ਰਾ ਕਲਪਨਾ ਕਰੋ, ਉਹ ਤਾਰਾ ਜਿਸ ਦੇ ਆਲੇ ਦੁਆਲੇ ਜ਼ਿੰਦਗੀ ਨੂੰ ਬਣਾਈ ਰੱਖ ਸਕਣ ਵਾਲਾ ਗ੍ਰਹਿ ਚੱਕਰ ਲਗਾ ਰਿਹਾ ਹੈ, ਲਾਲ ਦਾਨਵ ਬਣ ਜਾਂਦਾ ਹੈ ਤੇ ਮਰ ਜਾਂਦਾ ਹੈ। ਸਹੀ ਕਿਹਾ ਤੁਸੀਂ। ਕਲਪਨਾ ਕਰੋ ਕਿ ਉਸ ਗ੍ਰਹਿ ਉੱਪਰਲੀ ਕੁਝ ਆਬਾਦੀ ਬਚ ਕੇ ਹੋਰ ਸੂਰਜੀ ਪ੍ਰਣਾਲੀਆਂ ਦੀ ਖੋਜ ਕਰਦੀ ਹੈ ਤੇ ਬਾਕੀ ਬਚੀ ਹੋਈ ਆਬਾਦੀ ਉਸੇ ਮਰ ਰਹੇ ਗ੍ਰਹਿ ਤੇ ਰਹਿੰਦੀ ਹੈ। ਕਲਪਨਾ ਕਰੋ ਕਿ ਕਿਤੇ ਕੁਝ ਵਾਪਰ ਵੀ ਰਿਹਾ ਹੈ। ਹਾਂਜੀ, ਸੰਭਵ ਹੈ। ਪਰ ਤੁਸੀਂ ਬਨੌਟੀ ਬੌਧਿਕਤਾ ਤੇ ਮਨੁੱਖੀ ਭਵਿੱਖ ਦੇ ਬਾਰੇ ਕੀ ਸੋਚਦੇ ਹੋ? ਤਾਂ ਤੁਸੀਂ ਸੋਚਦੇ ਹੋ ਕਿ ਲੋਕ ਘਰ ਬੈਠੇ ਹੀ ਬਣਾਉਟੀ ਬੌਧਿਕਤਾ ਦਾ ਲਾਭਾਂ ਦਾ ਆਨੰਦ ਲੈ ਲੈਣਗੇ। ਉਹ ਖੇਤਾਂ ਵਿੱਚ ਮਿਹਨਤ ਕਰਦੇ ਤੇ ਕੋਲਡ ਡਰਿੰਕਸ ਵਰਤਾਉਂਦੇ ਹੋਏ ਰੋਬੋਟ। ਤੁਸੀਂ ਸੋਚਦੇ ਹੋ ਵੀ ਇਹ ਸਭ ਸੰਭਵ ਹੈ? ਠੀਕ ਹੈ, AI ਕਾਰਨ ਮਨੁੱਖੀ ਜੀਵਨ ਅਜਿਹਾ ਹੀ ਹੋਣਾ ਚਾਹੀਦਾ ਹੈ ਪਿਤਾ ਜੀ। ਦਾਦਾ ਜੀ, ਤੁਸੀਂ ਕਿਹਾ ਸੀ ਕਿ ਬਨੌਟੀ ਬੌਧਿਕਤਾ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਹੈ। ਜੇਕਰ ਸਿੰਗੂਲੈਰਿਟੀ ਦੀ ਇੱਕ ਅਜਿਹੀ ਅਵਸਥਾ ਜਿੱਥੇ ਮਸ਼ੀਨਾਂ ਰਾਜ ਕਰਦੀਆਂ ਨੇ, ਤਾਂ ਪ੍ਰਸ਼ਨ ਇਹ ਉੱਠਦਾ ਹੈ ਕਿ ਮਨੁੱਖ ਕਿਰਤ ਬਿਨਾਂ ਰਹਿ ਸਕੇਗਾ? ਕੀ ਮਨੁੱਖ ਬਿਲਕੁਲ ਆਲਸੀ ਬਣ ਜਾਵੇਗਾ? ਉਹ ਬਈ, ਅਸੀਂ ਪਕੌੜੇ ਖਾਣ ਲਈ ਤਾਂ ਹੱਥ ਲਾ ਹੀ ਸਕਦੇ ਹਾਂ। ਇਹ ਤਾਂ ਮੈਂ ਭੁੱਲ ਹੀ ਗਿਆ ਸੀ। ਤੁਸੀਂ ਕਹਿ ਰਹੇ ਹੋ ਕਿ AI ਤੇ ਸਮਾਰਟ ਮਸ਼ੀਨਾਂ ਮਨੁੱਖ ਜਾਤੀ ਨੂੰ ਅਮਰ ਹੋਣ ਵੱਲ ਲੈ ਕੇ ਜਾਣ ਵਿੱਚ ਸਾਡੀ ਅਗਵਾਈ ਕਰਨ ਲਈ ਤਿਆਰ ਨੇ। ਦੇਖੋ ਅਮਨ ਵੀਰੇ, ਯੂ ਟਰਨ ਨਾ ਲਓ। ਇਨਸਾਨ ਅਮਰ ਕਿਵੇਂ ਹੋ ਸਕਦਾ ਹੈ, ਇਹ ਦੱਸੋ। ਭੌਤਿਕ ਵਿਗਿਆਨ ਦੇ ਨਿਯਮਾਂ ਅਨੁਸਾਰ ਧਰਤ ਗ੍ਰਹਿ ਦੀ ਕਦੇ ਨਾ ਕਦੇ ਤਾਂ ਤਬਾਹੀ ਤੈਅ ਹੈ। ਕੀ ਪਤਾ ਮਾਊਂਟ ਟੋਬਾ ਵਰਗਾ ਸੁਪਰ ਜਵਾਲਾਮੁਖੀ ਕਦੋਂ ਫਟ ਪਵੇ। ਅਸੀਂ ਆਪਣੇ ਬੁੱਧੀ ਦੇ ਉਤਪਾਦਾਂ AI ਤੇ ਟੈਕਨੋਲੋਜੀਆਂ ਨੂੰ ਬੇਕਾਰ ਤਾਂ ਨਹੀਂ ਜਾਣ ਦੇ ਸਕਦੇ। ਬਸ ਇਕੱਲਤਾ ਬਾਰੇ ਮੇਰੀ ਕਹਾਣੀ ਇਹੀ ਹੈ। ਕੇਵਲ ਇੱਕ ਵੱਡੀ ਕੁਦਰਤੀ ਆਫਤ ਇਸ ਅਦਭੁਤ ਮਨੁੱਖੀ ਪ੍ਰਜਾਤੀ ਨੂੰ ਵੀ ਖਤਮ ਕਰ ਸਕਦੀ ਹੈ ਤੇ ਉਸ ਦੇ ਨਾਲ-ਨਾਲ ਪੀੜ੍ਹੀ ਦਰ ਪੀੜ੍ਹੀ ਇਕੱਤਰ ਕੀਤੇ ਤੇ ਸੰਚਿਤ ਗਿਆਨ ਦੀ ਵਿਰਾਸਤ ਨੂੰ ਵੀ। ਹਾਂਜੀ, ਬਿਲਕੁਲ ਪਿਤਾ ਜੀ।
ਟੈਕਨੋਲੋਜੀ, ਵਿਸ਼ੇਸ਼ ਕਰਕੇ ਬਨਾਵਟੀ ਬੌਧਿਕਤਾ, ਮਨੁੱਖੀ ਸੱਭਿਅਤਾ, ਸੱਭਿਆਚਾਰ ਗਿਆਨ ਨੂੰ ਹਮੇਸ਼ਾ ਲਈ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੀ ਹੈ। ਨਵੇਂ ਗ੍ਰਹਿਾਂ ਤੇ ਨਵੇਂ ਜੀਵਨ ਦੀ ਖੋਜ ਵਿੱਚ ਪੁਲਾੜ ਦੀ ਘੋਖ ਸ਼ੁਰੂ ਕਰਨ ਲਈ ਮਨੁੱਖ ਕੋਲ ਹੁਣ ਢੁਕਵਾਂ ਸਮਾਂ ਹੈ। ਪਾਪਾ ਜੀ, ਮਨੁੱਖ ਆਪਣੀ ਹੋਂਦ ਨੂੰ ਸਦੀਵੀ ਕਾਇਮ ਰੱਖਣ ਲਈ ਅਜਿਹੇ ਗ੍ਰਹਿਾਂ ਦੀ ਪਛਾਣ ਕਰ ਰਿਹਾ ਹੈ ਜੋ ਕਈ ਪ੍ਰਕਾਸ਼ ਸਾਲ ਦੂਰ ਨੇ, ਪਰ ਉਹਨਾਂ ਗ੍ਰਹਿਾਂ ਉੱਪਰ ਪਹੁੰਚਣ ਲਈ ਲੋੜੀਂਦੀ ਟੈਕਨੋਲੋਜੀ ਤਾਂ ਹਜੇ ਦਹਾਕੇ ਜਾਂ ਸੈਂਕੜੇ ਸਾਲ ਦੂਰ ਹੈ। ਪਰ ਸਾਨੂੰ ਕਿਤੋਂ ਨਾ ਕਿਤੋਂ ਤਾਂ ਸ਼ੁਰੂ ਕਰਨਾ ਹੀ ਪਏਗਾ ਨਾ। ਹੁਣ AI ਦੇ ਨਾਲ ਰਫ਼ਤਾਰ ਬਹੁਤ ਤੇਜ਼ ਹੋ ਜਾਏਗੀ। ਹਜ਼ਾਰਾਂ ਸਾਲ ਦਾ ਸਫ਼ਰ ਦਹਾਕਿਆਂ 'ਚ ਤੈਅ ਹੋ ਜਾਏਗਾ। ਵਾਹ ਬੇਟੀ ਰਾਜਵੀਰ, ਇਸੇ ਸਕਾਰਾਤਮਕ ਸੋਚ ਦੀ ਲੋੜ ਹੈ ਸਾਨੂੰ ਪੁੱਤਰ, ਨਹੀਂ ਤਾਂ ਅਸੀਂ ਸ਼ੰਕਿਆਂ ਵਿੱਚ ਫਸੇ ਰਵਾਂਗੇ ਤੇ ਕੋਈ ਹੱਲ ਨਹੀਂ ਲੱਭੇਗਾ। ਮਨੁੱਖੀ ਜੀਵਨ ਅਨਮੋਲ ਹੈ ਕਿ ਈਕੋ ਫਰੈਂਡਲੀ ਯਤਨ ਭੁਚਾਲਾਂ, ਜਵਾਲਾਮੁਖੀ ਫਟਣਾ ਜਾਂ ਹੋਰ ਕੁਦਰਤੀ ਆਫਤਾਂ ਨੂੰ ਰੋਕ ਸਕਦੇ ਨੇ। ਤੇ ਤੁਹਾਡਾ ਕੀ ਖਿਆਲ ਹੈ ਪਿਤਾ ਜੀ? AI ਤੇ ਸਮਾਰਟ ਮਸ਼ੀਨਾਂ ਵਰਗੀਆਂ ਤਕਨੀਕਾਂ ਦੁਆਰਾ ਸਾਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਇਆ ਜਾ ਰਿਹਾ ਹੈ? ਸਨੇਹਾ ਪੁੱਤਰ, ਮੈਂ ਮਨੁੱਖ ਦੀ ਕਲਪਨਾ ਇੱਕ ਬਹੁਗ੍ਰਹਿੀ ਪ੍ਰਜਾਤੀ ਵਜੋਂ ਕਰਦਾ। AI ਨੂੰ ਇੱਕ ਅਜਿਹੇ ਸਾਧਨ ਵਜੋਂ ਵੀ ਦੇਖਦਾ ਜੋ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ। ਪਰ ਦਾਦਾ ਜੀ, ਸਾਨੂੰ ਬ੍ਰਹਿਮੰਡ ਵਿੱਚ ਕਿਤੇ ਹੋਰ ਜੀਵਨ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਐਦਾਂ ਨਹੀਂ ਲੱਗਦਾ ਕਿ ਮਨੁੱਖ ਕਿਸੇ ਅਜਿਹੀ ਚੀਜ਼ ਦੀ ਯੋਜਨਾ ਬਣਾ ਰਿਹਾ ਹੈ ਜੋ ਉਹਨਾਂ ਦੀ ਸਮਰੱਥਾ ਤੋਂ ਪਰੇ ਹੈ? ਭਾਵੇਂ ਅੱਜ ਪੁਲਾੜ ਸੈਰ ਸਪਾਟੇ ਬਾਰੇ ਵੀ ਗੱਲ ਕੀਤੀ ਜਾ ਰਹੀ ਹੈ, ਪਰ ਅਜੇ ਵੀ ਹੋਰ ਗ੍ਰਹਿਾਂ ਨੂੰ ਬਸਤੀ ਬਣਾਉਣਾ ਥੋੜ੍ਹਾ ਜਿਹਾ ਜ਼ਿਆਦਾ ਵੱਡਾ ਉਦੇਸ਼ ਲੱਗਦਾ ਹੈ। ਪਰ ਪਾਪਾ, ਬਨਾਵਟੀ ਬੌਧਿਕਤਾ ਨੂੰ ਸੀਮਤ ਨਾ ਕਰੀਏ, ਜਦੋਂ ਕਿ ਇਸ ਦੀਆਂ ਸੰਭਾਵਨਾਵਾਂ ਬੇਅੰਤ ਨੇ। ਜ਼ਿੰਦਗੀ ਕੀਮਤੀ ਹੈ ਤੇ ਸਾਡੀ ਜ਼ਿੰਮੇਵਾਰੀ ਹੈ ਇਸ ਦੀ ਰੱਖਿਆ ਕਰਨਾ, ਤੇ ਬਨਾਵਟੀ ਬੌਧਿਕਤਾ ਅਜਿਹਾ ਕਰਨ ਦਾ ਇੱਕ ਸਾਧਨ ਹੈ। ਤੇ ਕੀ ਅਸੀਂ ਇਹ ਸੋਚਦੇ ਹਾਂ ਕਿ ਬਨਾਵਟੀ ਬੌਧਿਕਤਾ ਸਾਨੂੰ ਅਮਰ ਹੋਣ ਵੱਲ ਲਿਜਾ ਸਕਦੀ ਹੈ? ਪਰ ਸੋਚੋ ਕਿ ਸਾਨੂੰ ਪਹਿਲਾਂ ਕਿੰਨੇ ਗ੍ਰਹਿਆਂ ਤੇ ਕਿੰਨੀਆਂ ਗਲੈਕਸੀਆਂ ਦੀ ਖੋਜ ਕਰਨੀ ਪੈਣੀ ਹੈ ਤਾਂ ਕਿ ਅਸੀਂ ਅਜਿਹਾ ਕਰਨ ਦੇ ਯੋਗ ਹੋ ਜਾਈਏ। ਬੇਟਾ, ਸਾਡੀ ਆਕਾਸ਼ ਗੰਗਾ ਵਿੱਚ ਕਰੀਬ 1 ਅਰਬ ਤਾਰੇ ਤੇ ਘੱਟੋ ਘੱਟ 100 ਅਰਬ ਗ੍ਰਹਿ ਨੇ। ਸੋਚੋ ਕਿ ਬ੍ਰਹਿਮੰਡ ਵਿੱਚ ਕਿੰਨੇ ਹੋ ਸਕਦੇ ਨੇ। ਇਹ ਨੇ 21.6 ਸੈਕਸ ਟ੍ਰਿਲੀਅਨ ਜਾਂ 21 ਦੇ ਬਾਅਦ 22 ਜ਼ੀਰੋਆਂ। ਓ ਮਾਈ ਗॉड, ਇੰਨੇ ਸਾਰੇ ਗ੍ਰਹਿਾਂ ਦੀ ਖੋਜ ਕੌਣ ਕਰੇਗਾ? ਕੌਣ ਜਾਣਦਾ ਕਿ ਤੁਸੀਂ ਕਰ ਦਿਓ। ਪੁਲਾੜ ਸਟੇਸ਼ਨ ਦੇ ਨਿਰਮਾਣ ਵਿੱਚ AI ਵਧੇਰੇ ਕੁਸ਼ਲ ਪੁਲਾੜ ਯਾਨ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਨਿਵੇਸ਼ਕ ਸਮੂਹਾਂ ਨੂੰ ਧਰਤੀ ਛੱਡ ਕੇ ਨਵੇਂ ਗ੍ਰਹਿਾਂ ਲਈ ਰਵਾਨਾ ਹੁੰਦੇ ਹੋਏ ਤੇ ਉੱਥੇ ਬਸਤੀਆਂ ਬਣਾਉਂਦੇ ਹੋਏ ਦੇਖ ਸਕਾਂਗੇ। ਸਮੇਂ ਦੇ ਨਾਲ AI ਦੀ ਟੈਲੀਪੋਰਟਿੰਗ ਹੋ ਸਕਦਾ ਹੈ ਕਿ 2 ਗ੍ਰਹਿਾਂ ਦਰਮਿਆਨ ਦੂਰੀ ਨੂੰ ਅੱਖ ਝਪਕੇ ਵਿੱਚ ਤੈਅ ਕਰਵਾ ਦੇਵੇ ਤੇ ਮਨੁੱਖ ਜਾਤੀ ਪੂਰੇ ਬ੍ਰਹਿਮੰਡ ਵਿੱਚ ਫੈਲ ਜਾਵੇ। ਬਹੁਤ ਵਧੀਆ। ਪਰ ਤੁਸੀਂ ਸਾਰੇ ਵਾਅਦਾ ਕਰੋ ਕਿ ਹਰ ਸਾਲ ਨਾ ਤੁਸੀਂ ਮੰਗਲ ਗ੍ਰਹਿ ਤੇ ਜਾਓਗੇ। ਹੈ ਮੰਗਲ ਹੀ ਕਿਉਂ? ਕਿਉਂਕਿ ਮੈਂ ਮੰਗਲ ਗ੍ਰਹਿ ਤੇ ਵਸਾਂਗੀ ਨਾ। ਮੈਨੂੰ ਥੋੜੀ ਦੇਰੀ ਹੋ ਸਕਦੀ ਹੈ। ਤੁਹਾਡੀ ਸਮੱਸਿਆ ਕੀ ਹੈ ਬੇਟਾ? ਕਿਉਂਕਿ ਪ੍ਰੋਕਸੀਮਾ ਸੈਂਟੋਰੀ ਵਿਚਲੇ ਮੇਰੇ ਦਫ਼ਤਰ ਤੋਂ ਉੱਥੇ ਆਉਣ 'ਚ ਥੋੜਾ ਟਾਈਮ ਲੱਗੇਗਾ ਨਾ। ਪਾਪਾ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਸਾਨੂੰ ਖੁੱਲ੍ਹਦਿਲੀ ਨਾਲ ਸੋਚਣਾ ਚਾਹੀਦਾ ਹੈ, ਪਰ ਸੰਭਾਵਿਤ ਖਤਰਿਆਂ ਤੇ ਸਾਜ਼ਿਸ਼ਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਹਾਂ ਬੇਟਾ, ਜ਼ਿੰਦਗੀ ਵਿੱਚ ਸਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ ਤੇ ਸਮਾਜਿਕ ਅਸਮਾਨਤਾ ਕਾਰਨ ਤੇ ਧਰਮ ਜਾਤ ਤੇ ਵਿਖੇੜਿਆਂ ਕਾਰਨ ਲੋਕਾਂ ਵਿੱਚ ਦੂਰੀ ਵੱਧ ਗਈ ਹੈ। ਅਸੀਂ ਮਨੁੱਖ ਜਾਤੀ ਦੇ ਰੂਪ ਵਿੱਚ ਏਕੇ ਨਾਲ ਕੰਮ ਕਰਨ ਵਿੱਚ ਅਸਮਰਥ ਹੋ ਰਹੇ ਹਾਂ, ਪਰ ਵਿਗਿਆਨੀਆਂ ਨੇ ਸਾਡਾ ਅੱਗੇ ਦਾ ਰਸਤਾ ਰੁਸ਼ਨਾ ਦਿੱਤਾ ਹੈ। ਸੱਚਮੁੱਚ ਪਿਤਾ ਜੀ, ਥੈਂਕ ਯੂ ਤੁਹਾਡਾ ਬਹੁਤ-ਬਹੁਤ। ਤੁਸੀਂ ਬਨਾਵਟੀ ਬੌਧਿਕਤਾ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਸਾਂਝਾ ਕੀਤਾ ਹੈ। ਅਸੀਂ AI ਮਸ਼ੀਨਾਂ ਨੂੰ ਸੀਮਿਤ ਦ੍ਰਿਸ਼ਟੀ ਦੇ ਨਾਲ ਕੇਵਲ ਫੌਰੀ ਲਾਭ ਹਾਨੀਆਂ ਰਾਹੀਂ ਵੇਖਦੇ ਹਾਂ, ਪਰ AI ਮਸ਼ੀਨ ਸਿਖਲਾਈ ਤੇ ਸੰਬੰਧਿਤ ਟੈਕਨੋਲੋਜੀਆਂ ਵਿੱਚ ਬੇਅੰਤ ਸੰਭਾਵਨਾਵਾਂ ਨੇ ਜਿਸ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। ਦੇਖੋ ਬਈ, ਹੁਣ ਮੰਮੀ ਵੀ ਮੋੜਾ ਕੱਟ ਰਹੇ ਨੇ। ਸੱਚ ਹੈ ਕਿ ਭਾਵੇਂ ਬਨਾਵਟੀ ਬੌਧਿਕਤਾ ਅੱਜ ਖੇਤੀਬਾੜੀ, ਸਿਹਤ ਜਾਂ ਜੰਗੀ ਹਥਿਆਰਾਂ ਤੱਕ ਸੀਮਤ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਖਰਕਾਰ ਇਹ ਮਨੁੱਖੀ ਖੁਸ਼ਹਾਲੀ ਦੇ ਏਜੰਟ ਵਜੋਂ ਕੰਮ ਕਰੇਗੀ। ਬਿਲਕੁਲ ਠੀਕ ਕਿਹਾ ਰਾਜਵੀਰ ਤੂੰ। AI ਵਿੱਚ ਬਹੁਤ ਸੰਭਾਵਨਾਵਾਂ ਨੇ, ਬਸ ਲੋੜ ਹੈ ਮਨੁੱਖ ਦੇ ਭਲੇ ਲਈ ਇਸ ਦੀ ਲਾਭਕਾਰੀ ਵਰਤੋਂ ਕੀਤੀ ਜਾਏ। ਮਨੁੱਖੀ ਮਨ, ਬੁੱਧੀ ਤੇ ਹਿੰਮਤ ਨੂੰ ਧਿਆਨ 'ਚ ਰੱਖਦੇ ਹੋਏ ਮਸ਼ੀਨੀ ਇਕੱਲਤਾ ਦੀ ਚਿੰਤਾ ਨੂੰ ਵਿਰਾਮ ਦਿੱਤਾ ਜਾ ਸਕਦਾ ਹੈ। AI ਤੇ ਮਨੁੱਖ ਇੱਕ ਲੰਮਾ ਸਫ਼ਰ ਇਕੱਠੇ ਤੈਅ ਕਰਨਗੇ,
ਪਰ ਮੇਰਾ ਇੱਕ ਸਵਾਲ ਹੈ ਰਾਜਵੀਰ, ਉਹ ਕੀ ਅਮਨ ਵੀਰੇ? ਬਈ ਤੁਸੀਂ ਤਾਂ ਨਾਨਕੇ ਵੀ ਨਹੀਂ ਜਾ ਸਕਦੇ, ਮੰਗਲ ਗ੍ਰਹਿ ਤੇ ਕਿਵੇਂ ਜਾਓਗੇ? ਉਹ ਟੈਨਸ਼ਨ ਨਾ ਲਓ, ਸਮੇਂ ਦੀ ਲੋੜ ਮੈਨੂੰ ਮੰਗਲ ਗ੍ਰਹਿ ਤੇ ਵੀ ਲੈ ਜਾਏਗੀ। ਵਾਹ ਰਾਜਵੀਰ ਵਾਹ, ਬਈ ਅੱਜ ਦੀ ਚਰਚਾ ਬਹੁਤ ਵਧੀਆ ਸੀ। ਪਾਪਾ ਜੀ ਤੁਸੀਂ ਕੀ ਸੋਚ ਰਹੇ ਹੋ? ਦੇਖੋ ਬੇਟਾ, ਗਰਮ ਪਕੌੜਿਆਂ ਦੇ ਦਰਮਿਆਨ AI ਤੇ ਪੁਲਾੜ ਯਾਤਰਾ ਦੀ ਗੱਲ ਕਰਕੇ ਮੈਨੂੰ ਤੇ ਦੁਬਾਰਾ ਭੁੱਖ ਲੱਗ ਗਈ। ਮੇਰੇ ਲਈ ਕੁਝ ਪਾਪੜ ਬਣਾ ਸਕਦੇ ਹੋ? ਹਾਂ ਕਿਉਂ ਨਹੀਂ ਪਾਪਾ ਜੀ, ਮਨੀਸ਼ਾ ਅਜੇ ਇੱਥੇ ਹੀ ਹੈ। ਹਾਂਜੀ ਪਿਤਾ ਜੀ, ਮਨੀਸ਼ਾ ਇੱਥੇ ਹੀ ਹੈ ਤੇ ਚਲੋ ਮਨੀਸ਼ਾ ਦੀ ਕਿਚਨ ਵਿੱਚ ਜਾ ਕੇ ਹੈਲਪ ਕਰਦੇ ਆ ਪਾਪੜ ਬਣਾਉਣ ਵਿੱਚ। ਬਹੁਤ ਵਧੀਆ ਵਿਚਾਰ, ਕਮਾਲ, ਬਹੁਤ ਵਧੀਆ। ਮੈਨੂੰ ਲੱਗਦਾ ਹੈ ਕਿ ਸਾਨੂੰ ਬੇਸਣ ਦੇ ਪਕੌੜੇ ਤੇ ਪਾਪੜ ਬਣਾਉਂਦੇ ਤੇ ਖਾਂਦੇ ਰਹਿਣਾ ਚਾਹੀਦਾ ਹੈ। ਹੈਂ? ਇਸ ਤਰ੍ਹਾਂ ਕਿਉਂ ਦਾਦਾ ਜੀ? ਬਈ ਕੀ ਪਤਾ ਪ੍ਰੋਕਸੀਮਾ ਸੈਂਟੋਰੀ ਤੇ ਤੁਹਾਡੇ ਦਫ਼ਤਰ ਵਿੱਚ ਤੁਹਾਨੂੰ ਇਹ ਮਿਲਣ ਜਾਂ ਨਾ ਮਿਲਣ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 49ਵੀਂ ਕੜੀ। ਹੁਣ ਨੋਟ ਕਰੋ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, AI ਤੋਂ AGI ਨਾਲ ਲੈਸ ਮਸ਼ੀਨਾਂ ਤੋਂ ਕੀ ਡਰ ਹੈ? ਸਵਾਲ ਨੰਬਰ 2, AI ਦੀ ਮਦਦ ਨਾਲ ਅਸੀਂ ਅਮਰ ਹੋਣ ਵੱਲ ਕਿਵੇਂ ਵੱਧ ਸਕਦੇ ਹਾਂ? ਸਵਾਲ ਇੱਕ ਵਾਰੀ ਫਿਰ ਨੋਟ ਕਰ ਲਓ। ਸਵਾਲ ਨੰਬਰ 1, AI ਤੋਂ AGI ਨਾਲ ਲੈਸ ਮਸ਼ੀਨਾਂ ਤੋਂ ਕੀ ਡਰ ਹੈ? ਸਵਾਲ ਨੰਬਰ 2, AI ਦੀ ਮਦਦ ਨਾਲ ਅਸੀਂ ਅਮਰ ਹੋਣ ਵੱਲ ਕਿਵੇਂ ਵੱਧ ਸਕਦੇ ਹਾਂ? ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਵਿਕਾਸ ਨੇਬ, ਸੁਦੇਸ਼ ਵਿੰਕਲ, ਸੁਖਵਿੰਦਰ ਕੌਰ, ਪੂਨਮ ਤੇ ਸੁਰਿੰਦਰ ਬਾਠ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।